ਦੋ ਸਿੱਖਾਂ ਦੀ ਕਹਾਣੀ ਅਜੇ ਬੰਗਾ ਤੇ ਹਰਜਿੰਦਰ ਸਿੰਘ ਤੇ ਨਾਲ ਦਾ ਵਿਰਾਟ ਕੋਹਲੀ ਵੀ, ਸ਼ਾਹਰੁਖ ਖਾਨ, ਅੰਬਾਨੀ, ਮੋਦੀ ਤੇ ਸਾਡਾ ਪਿਆਰਾ ਇੰਡੀਆ। ਅੱਜ ਦਾ ਜਿਹੜਾ ਮੈਂ ਵਲੌਗ ਹੋਗਾ ਪੰਜਾਬੀ ਵਿੱਚ ਹੋਏਗਾ ਤੇ ਉਰਦੂ ਵਿੱਚ ਹੋਏਗਾ। ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹੜਾ ਰੀਸੈਂਟ ਵਾਕਿਆ ਪੇਸ਼ ਆਇਆ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਜਿਹੜਾ ਹੈਗਾ ਸਾਡਾ ਸਿੱਖ ਭਰਾ ਜਿਹੜਾ ਹੈਗਾ ਉੱਥੇ ਐਕਸੀਡੈਂਟ ਕੀਤਾ, ਗਲਤ ਯੂ ਟਰਨ ਲਿਆ ਜਿਹਦੀ ਵਜ੍ਹਾ ਨਾਲ 3 ਬੰਦੇ ਦੀ ਜਾਨ ਗਈ ਹੈ। ਇਹੋ ਜਿਹੇ ਐਕਸੀਡੈਂਟ ਪਹਿਲੇ ਵੀ ਹੁੰਦੇ ਰਹਿੰਦੇ ਨੇ। ਮੇਰਾ ਮਕਸਦ ਜਿਹੜਾ ਹੈਗਾ ਐਕਸੀਡੈਂਟ ਤੇ ਫੋਕਸ ਕਰਨਾ ਨਹੀਂ ਹੈਗਾ, ਓਵਰਆਲ ਹਾਲਾਤ ਤੇ ਫੋਕਸ ਕਰਨਾ ਜੋ ਉਹਦੇ ਬਾਅਦ ਅਨਫੋਲਡ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਤਾਂ ਇੰਡੀਅਨ ਦੇ ਬਾਰੇ ਗੱਲਾਂ ਬਾਤ ਹੋ ਰਹੀਆਂ। ਉਹਨੂੰ ਸਜ਼ਾ ਦੇਣ ਦੇ ਬਾਰੇ ਵੀ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਗੱਲ ਜਿਹੜੀ ਹੋ ਰਹੀ 45 ਈਅਰਸ ਸਮਥਿੰਗ ਲਾਈਕ ਦੈਟ, ਉਹਦੇ ਵਿੱਚ 2 ਤਰ੍ਹਾਂ ਦੀ ਪਹਿਲੂ ਸਾਹਮਣੇ ਆ ਰਹੇ। ਸਭ ਤੋਂ ਪਹਿਲੇ ਮੈਂ ਉਹ ਪਹਿਲੂ ਦੇ ਸਾਹਮਣੇ ਆਉਣ ਤੋਂ ਪਹਿਲੇ ਤੁਹਾਡੇ ਨਾਲ ਗੱਲ ਕਰਾਂਗਾ ਅਜੇ ਬੰਗਾ ਦੇ ਬਾਰੇ 'ਚ। ਅਜੇ ਬੰਗਾ ਜਿਹੜਾ ਹੈਗਾ ਵਰਲਡ ਬੈਂਕ ਦਾ ਬੌਸ ਹੈਗਾ। ਜਿੰਨੇ ਵੀ ਅੱਜ ਵਰਲਡ ਬੈਂਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੇ ਫਸਟ ਟਾਈਮ ਨੌਨ ਵਾਈਟ ਜਿਹੜਾ ਬੰਦਾ ਬਣਿਆ ਨਾ, ਉਹ ਵਰਲਡ ਬੈਂਕ ਦਾ ਬੌਸ, ਉਹ ਇੰਡੀਅਨ ਬਣਿਆ ਅਜੇ ਬੰਗਾ ਸਾਹਿਬ। ਅਜੇ ਬੰਗਾ ਨੇ ਸਾਰੀ ਤਾਲੀਮ ਹਾਸਲ ਕੀਤੀ ਇੰਡੀਆ ਦੇ ਵਿੱਚ। ਸਾਰਾ ਕੁਛ ਮਾਮਲਾ 1996 ਦੇ ਵਿੱਚ ਉਹ ਅਮਰੀਕਾ ਮੂਵ ਹੋ ਗਿਆ। ਉਹਦੇ ਵਿੱਚ ਸਿਟੀ ਬੈਂਕ ਲਈ ਕੰਮ ਕੀਤਾ, ਸਭ ਕੁਛ ਕੀਤਾ। ਫਿਰ 2007 ਦੇ ਵਿੱਚ ਉਹਨੇ ਆਪਣੀ ਇੰਡੀਆ ਦੀ ਨੈਸ਼ਨੈਲਿਟੀ ਨੂੰ ਕੈਂਸਲ ਕੀਤਾ ਤੇ ਅਮਰੀਕਾ ਦੀ ਨੈਸ਼ਨੈਲਿਟੀ ਲੈ ਲਈ ਜਾ ਕੇ। ਉਹ ਇੰਡੀਆ ਨਹੀਂ ਰਿਹਾ। ਉਹਦੇ ਬਾਅਦ ਜੋ ਕੁਛ ਮਾਮਲੇ ਅੱਗੇ ਹੋਣਗੇ ਤੁਹਾਨੂੰ ਪਤਾ ਹੀ ਹੈ। ਦੂਸਰਾ ਜੀ ਆਏ ਨੇ ਹਰਜਿੰਦਰ ਸਿੰਘ ਸਾਹਿਬ। ਇਹ 2018 ਦੇ ਵਿੱਚ ਇਲੀਗਲ ਤਰੀਕੇ ਨਾਲ ਮੈਕਸੀਕੋ ਦੇ ਜ਼ਰੀਏ ਅਮਰੀਕਾ 'ਚ ਐਂਟਰ ਹੋਏ। ਉਹਦੇ ਬਾਅਦ ਜਾ ਕੇ ਜੋ ਮਾਮਲਾ ਕੀਤੇ, ਉਹਦੇ ਬਾਅਦ ਇਹਨੂੰ ਬੇਲ ਮਿਲੀ। ਇਹਨੇ ਕਿਹਾ ਜੀ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਇੰਡੀਆ ਦੇ ਵਿੱਚ। ਭਾਈ ਤੈਨੂੰ ਕੀ ਖਤਰਾ ਇੰਡੀਆ ਦੇ ਵਿੱਚ? ਇੰਡੀਆ ਦੀ ਚੌਥੀ ਵੱਡੀ ਇਕਾਨਮੀ ਹੈ, ਉਹ ਤੈਨੂੰ ਕੀ ਖਤਰਾ ਹੈਗਾ? ਲੇਕਿਨ ਫਿਰ ਵੀ ਉਹਨੇ 5000 ਬਾਉਂਡ ਦੇ ਕੇ ਇਹਨੂੰ ਰਿਹਾ ਕੀਤਾ। ਫਿਰ ਜਿਸ ਤਰ੍ਹਾਂ ਲਾਇਸੈਂਸ ਲਿੱਤਾ, ਜੋ ਕੁਝ ਮਰਜ਼ੀ ਕੀਤਾ। ਤਾਂ ਹੁਣ ਜਿਹੜਾ ਮਾਮਲਾ ਪੇਸ਼ ਆਇਆ ਤੇ ਇਹਦੇ ਸਾਹਮਣੇ ਕਈ ਪਹਿਲੂ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਬੰਦਾ ਜੀ ਅਜੇ ਬੰਗਾ ਸਾਹਿਬ ਲੀਗਲ ਤਰੀਕੇ ਨਾਲ ਦਾਖਲ ਹੋਏ ਤੇ ਜਿਹੜੇ ਹਰਜਿੰਦਰ ਸਿੰਘ ਨੇ ਇਲੀਗਲ ਤਰੀਕੇ ਨਾਲ ਦਾਖਲ, ਯਾਨੀ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ। ਹੁਣ 2 ਡਿਫਰੈਂਟ ਪਹਿਲੂ ਨੇ। ਹੁਣ ਮੈਂ ਇੱਕ ਗੱਲ ਕਲੀਅਰ ਕਰਦਾ, ਲੋਕ ਕਹਿੰਦੇ ਪਾਕਿਸਤਾਨੀ ਬਾਰੇ ਗੱਲਾਂ ਕਰ, ਪਾਕਿਸਤਾਨੀ ਲੋਕ ਕਿੰਨੇ ਗਿਆ ਜਾਣਦੇ, ਬਿਲਕੁਲ ਕਰਦੇ ਨੇ। ਵੀ ਤੁਸੀਂ ਮੇਰੇ ਜਾ ਕੇ ਟਿਕਟੌਕ ਚੈੱਕ ਕਰ ਲਓ, ਇੰਸਟਾਗ੍ਰਾਮ ਚੈੱਕ ਕਰ ਲਓ, ਯੂਟਿਊਬ ਚੈਨਲ ਕਰ ਲਓ। ਮੇਰੀ ਸਾਰੀ ਵੀਡੀਓ ਆਪਣੇ ਮੁਲਕ ਦੇ ਬਾਰੇ ਹੁੰਦੀ ਕਿ ਮੈਂ ਇਸ ਗੱਲ 'ਤੇ ਯਕੀਨ ਕਰਾਂ ਤੁਸੀਂ ਪਹਿਲੇ ਆਪਣੇ ਘਰ ਨੂੰ ਠੀਕ ਕਰ ਦਿਓ। ਲੇਕਿਨ ਘਰ ਨੂੰ ਠੀਕ ਕਰਨ ਦੇ ਨਾਲ ਤੁਹਾਡੇ ਹਮਸਾਏ ਬੜੇ ਅਹਿਮ ਹੁੰਦੇ ਨੇ। ਹਮਸਾਇਆਂ ਦਾ ਨਾਲ ਹੋਣਾ ਬੜਾ, ਜਦੋਂ ਤੁਹਾਡੀ ਸਿੰਗੀ ਤੁਸੀਂ ਆਪਣੇ ਹਮਸਾਇਆਂ ਨੂੰ ਚੇਂਜ ਨਹੀਂ ਕਰ ਸਕਦੇ। ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਕਿ ਇੰਡੀਅਨ ਭਰਾ ਨੇ ਖੇਲ ਖੁਲ ਰਹੇ ਨੇ ਇਸ ਮੁਲਕ ਦੇ ਵਿੱਚ। ਐਨੀ ਹਾਓ, ਉਹ ਮੇਰੇ ਕਹਿੰਦੇ ਇਹ ਮਸਲਾ ਬਲਾ ਹੈਗਾ। ਤੁਹਾਨੂੰ ਸਭ ਜਾਣਨਾ ਪੜੇਗਾ ਕਿ ਇੰਡੀਆ ਜੋ ਆਪਣੇ ਆਪ ਕਹਿੰਦਾ ਚੌਥੀ ਇਕੋਨਮੀ ਹੈਗਾ। ਉਹ ਅਮਰੀਕਾ ਵਾਲੇ ਕਹਿ ਰਹੇ ਨੇ ਕਿ ਇੰਨੇ ਦਾ ਬੰਦੇ ਉੱਥੇ ਗਿਆ ਹਰਜਿੰਦਰ ਸਿੰਘ ਜਾ ਕੇ ਉੱਥੇ ਸਾਲਾਂ ਅਪਲਾਈ ਕੀਤਾ। ਰਸਤੇ ਕਿੰਨੇ ਮੁਲਕ ਆਉਂਦੇ ਨੇ, ਕਿਸੇ ਮੁਲਕ ਨੇ ਜਾ ਕੇ ਉਹਨੇ ਸਾਲਾਂ ਅਪਲਾਈ ਨਹੀਂ ਕੀਤਾ। ਜਾ ਕੇ ਉਹਨੇ ਸਿੱਧਾ ਜਾ ਕੇ ਅਮਰੀਕਾ ਸਾਲਾਂ ਅਪਲਾਈ ਕਰ ਲਿਆ। ਉੱਥੇ ਵੀ ਦੇਖਾ ਜਾ ਕੇ ਇੰਡੀਆ, ਮੇਰੇ ਮਕਸਦ ਦਾ ਕੀ ਹੈਗਾ ਕਿ ਇੰਡੀਆ ਆਪਣੇ ਆਪ ਨੂੰ ਕੰਪੀਟ ਕਰਦਾ ਚੌਥੀ ਵੱਡੀ ਇਕੋਨਮੀ, ਵਰਲਡ ਸਟੇਜ 'ਤੇ ਬੜੇ ਵੱਡੇ ਹੈਗੇ ਜਾ ਕੇ। ਲੇਕਿਨ ਦੇਖਾ ਜਾਏ ਤੁਸੀਂ ਜਾ ਕੇ ਸਾਲਾਂ ਕਲੇਮ ਕਰ ਰਹੇ ਹੋ। ਤੁਹਾਡੇ ਇੰਡੀਆ ਨੇ ਕੀ ਕੀਤਾ? ਇੰਡੀਆ ਬਣ ਗਿਆ ਹੋਇਆ ਇੱਕ ਲਿਹਾਜ਼ ਨਾਲ ਮਜ਼ਦੂਰਾਂ ਦੀ ਮੰਡੀ। ਜਿਹਦੇ ਕੋਲ ਜਿੰਨਾ ਪੈਸਾ ਉਹਨੂੰ ਆਪਣੀ ਮਰਜ਼ੀ ਦਾ ਮਜ਼ਦੂਰ ਮਿਲ ਜਾਂਦਾ। ਉਹਦੀ ਵਜ੍ਹਾ ਇਹੀ ਵਜ੍ਹਾ ਹੈ ਜਿਹਦੀ ਵਜ੍ਹਾ ਨਾਲ ਇੰਡੀਆ ਆਪ ਤਰੱਕੀ ਨਹੀਂ ਕਰ ਸਕਿਆ। ਐਸੇ ਵਜ੍ਹਾ ਤੁਸੀਂ ਦੇਖਦੇ ਮਜ਼ਦੂਰ ਵਿਚਾਰੇ ਘੱਟ ਹੀ ਤਰੱਕੀ ਕਰਦੇ ਨੇ ਜਿੱਥੋਂ ਆ ਰਹੇ ਹੁੰਦੇ ਨੇ। ਜਿਨ੍ਹਾਂ ਨੇ ਆਪਣੇ ਘਰ ਕੰਮ ਕਰਾਉਣਾ ਹੁੰਦਾ ਨਾ, ਹਮੇਸ਼ਾ ਉਹੀ ਤਰੱਕੀ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਚੈੱਕ ਕਰ ਆਪਣੇ ਘਰਾਂ ਚੈੱਕ ਕਰ ਲਓ, ਇੰਡੀਆ ਵਿੱਚ ਤੁਹਾਨੂੰ ਮਜ਼ਦੂਰ ਮਿਲਦੇ ਹੋਣਗੇ ਜਾ ਕੇ ਚੌਂਕਾਂ ਸ਼ੌਕਾਂ 'ਤੇ। ਤਾਂ ਉਹੀ ਸਾਡੇ ਪਾਕਿਸਤਾਨ ਵੀ ਇੰਝ ਹੀ ਹੁੰਦਾ। ਅਤੇ ਇਹੀ ਕੰਮ ਹੋ ਰਿਹਾ ਜਾ ਕੇ। ਕੋਈ IT ਦਾ ਮਜ਼ਦੂਰ ਹੈਗਾ, ਕੋਈ ਬੈਂਕ ਦਾ ਮਜ਼ਦੂਰ ਹੈ, ਕੋਈ ਇੰਝ ਦਾ ਮਜ਼ਦੂਰ ਹੈ, ਕੋਈ ਮਿਡਲ ਈਸਟ ਪਹੁੰਚੇ ਹੋ ਤੁਸੀਂ, ਅਰਬੀ ਮੁਮਾਲਕ 'ਚ ਉੱਥੇ ਮਜ਼ਦੂਰ, ਉਹ ਟਕੇ ਮਜ਼ਦੂਰ ਪਹੁੰਚੇ ਹੋ। ਮੈਂ ਉਹ ਸਭ ਦਾ ਇਹਤਰਾਮ ਕਰਨਾ, ਲੇਕਿਨ ਹਕੀਕਤ ਇਹੀ ਹੈਗੀ ਭਾਈਆਂ। ਅਗਰ ਤੁਸੀਂ ਚਾਹੁੰਦੇ ਹੋ, ਮੈਂ ਬਾਰ-ਬਾਰ ਇਹ ਕਰਨ ਦੀ ਕੋਸ਼ਿਸ਼ ਕਰ, ਪਾਕਿਸਤਾਨ ਛੱਡੋ। ਪਾਕਿਸਤਾਨ ਤੁਸੀਂ ਪਾਕਿਸਤਾਨ ਮੁਕਾਬਲਾ ਕਰਨਾ ਕਰ ਲਓ ਜਾ ਕੇ। ਤੇ ਛੋਟੀ ਨਾਲ ਦਾ ਇੱਕ ਹੋਰ ਗੱਲ ਕਰਦਾ, ਵਿਰਾਟ ਕੋਹਲੀ ਚੈੱਕ ਕਰ ਲਓ, ਉਹ ਵੀ ਇੰਡੀਆ ਛੱਡ ਗਿਆ। ਸ਼ਾਹਰੁਖ ਖਾਨ ਦਾ ਜਿਹੜਾ ਫਲੈਟ ਹੈਗਾ ਉਹ ਪਾਰਕ ਲੇਨ ਹੈਗਾ ਲੰਡਨ ਦੇ ਵਿੱਚ, ਸਭ ਤੋਂ ਐਕਸਪੈਂਸਿਵ ਏਰੀਆ ਹੈਗਾ। ਉਹਦੇ ਬਾਅਦ ਅੰਬਾਨੀ ਚੱਕ ਲਓ ਸਾਰੀ ਇਨਵੈਸਟਮੈਂਟ। ਉਹਦੇ ਬਾਅਦ ਅਕਸ਼ੇ ਕੁਮਾਰ ਜਿਹੜਾ ਐਕਟਰ ਜਿਹੜਾ ਹੈਗਾ ਉਹਦਾ ਉਹ ਕੈਨੇਡਾ ਦੀ ਨੈਸ਼ਨੈਲਿਟੀ। ਸਾਰੇ ਜਿਹੜੇ ਬੰਦੇ ਨੇ ਆਮ ਮਜ਼ਦੂਰ ਤੋਂ ਲੈ ਕੇ ਅਮੀਰ ਤਰੀਕ ਸਭ ਦੀ ਇਨਵੈਸਟਮੈਂਟਾਂ ਬਾਹਰ ਨੇ ਇੰਡੀਆ ਦੁਨੀਆ ਵੀ ਜੋ ਚੱਕਰ ਹੈਗਾ। ਮੋਦੀ ਸਾਹਿਬ ਚਾਈਨਾ ਪਹੁੰਚੇ ਨੇ, ਠੀਕ ਹੈ ਜੀ। ਉਹੀ ਚਾਈਨਾ ਜੇ ਕੁਝ ਮਹੀਨੇ ਪਹਿਲੇ ਕਹਿੰਦੇ ਚਾਈਨਾ ਸਾਡਾ ਦੁਸ਼ਮਣ ਹੈਗਾ, ਚਾਈਨਾ ਨੇ ਪਾਕਿਸਤਾਨ ਸਾਥ ਦਿੱਤਾ ਤੁਹਾਨੂੰ ਜੰਗ ਦੇ ਵਿੱਚ। ਉੱਥੇ ਪਹੁੰਚ ਕੇ ਤੁਸੀਂ ਜਾ ਕੇ ਇਹ ਕੀ ਵਜ੍ਹਾ ਕੀ ਹੈਗੀ? ਹੁਣ ਚਾਈਨਾ ਇਸ ਵਕਤ ਸੁਪਰ ਪਾਵਰ ਬਣ ਗਿਆ। ਕੀ ਵਜ੍ਹਾ ਹੈਗੀ? ਸਿਰਫ ਗੱਲਾਂ ਕਰਕੇ ਨਹੀਂ, ਤੁਹਾਡੀ ਤਰ੍ਹਾਂ ਚੌਥੀ ਵੱਡੀ ਇਕੋਨਮੀ ਆ ਜੀ ਅਸੀਂ ਜਾ ਕੇ ਜੋ ਇਹ ਕਰ ਰਹੇ ਹਾਂ, ਨਹੀਂ। ਚਾਈਨਾ ਬੰਦੇ ਵੀ ਇਲੀਗਲ ਬਾਹਰ ਜਾਂਦੇ ਨੇ, ਸਭ ਕੁਛ ਹੁੰਦਾ। ਲੇਕਿਨ ਉਹਨਾਂ ਨੇ ਸਾਇੰਸ ਟੈਕਨੋਲੋਜੀ ਹਰ ਚੀਜ਼ ਅੱਗੇ ਲੈ ਕੇ ਆਏ ਨੇ। ਉਹਨਾਂ ਨੇ ਇਨਕਲਾਬ ਬਰਪਾ ਕਰਦਾ। ਵੋਵੇ, ਟਿਕਟੌਕ ਤੁਸੀਂ ਕਹਿੰਦੇ, ਸ਼ੋਮੇ ਔਰ BYD ਗੱਡੀਆਂ ਚੈੱਕ ਕਰ ਸਕਦੇ ਹੋ। ਯਾਨੀ ਓਵਰਆਲ ਉਹਨਾਂ ਨੇ ਇਨਕਲਾਬ ਬਰਪਾ ਕੀਤਾ। ਤੁਹਾਡਾ ਕੀ ਹੈ? ਤੁਹਾਡੇ ਸਿਰਫ ਜੇ ਹੈਗੇ ਨੇ ਕਹਿੰਦੇ ਮਜ਼ਦੂਰ ਵਗੈਰਾ ਹੈਗੇ ਨੇ ਦੇਖਾ ਜਾਏ ਤੇ ਇਹ ਵਜ੍ਹਾ ਤੁਹਾਡੇ ਸਾਹਮਣੇ ਮੈਂ ਲੈ ਕੇ ਮੈਂ ਦੇਖ ਰਿਹਾ। ਮੈਂ ਨਾਲ ਦਾ ਮੈਂ ਕਿਹਾ ਕਿ ਬੰਦੇ ਜਾਰ ਜੋ ਰਹੇ ਨੇ, ਮੈਂ ਤੰਗ ਨਹੀਂ ਕਰਨਾ ਚਾਹੁੰਦਾ। ਤਾਂ ਤੁਸੀਂ ਮਜ਼ਦੂਰ ਤਾਂ ਰਹੇ ਹੋ, ਤੁਸੀਂ ਸਮਝਦੇ ਕਿ ਬੰਦੇ ਬਾਹਰ ਭੇਜਾਂਗੇ, ਬਾਹਰ ਭੇਜਣ ਜਾ ਕੇ ਅਸੀਂ ਤੁਹਾਡੇ ਬੰਦਾ ਕੋਈ ਕੈਸ਼ ਪਟੇਲ FBI 'ਚ ਲੱਗਾ ਹੈ, ਕੋਈ ਇੱਥੇ ਰਿਸ਼ੀ ਸੁਨਕ ਬਣਿਆ ਸੀ ਜਾ ਕੇ ਪ੍ਰਾਈਮ ਮਿਨਿਸਟਰ ਇੰਗਲੈਂਡ ਦਾ ਜਾ ਕੇ। ਹੋਰ ਵੀ ਕਈ ਬੰਦੇ ਤੁਸੀਂ ਸਮਝੇ ਸੀ ਜਾ ਕੇ ਇੰਡੀਆ ਵਾਲੇ ਸਮਝੇ ਸੀ ਜਾ ਕੇ ਬੰਦੇ ਭੇਜ ਕੇ ਬੜਾ ਕੁਛ ਕਰ ਲਾਂਗੇ। ਤਾਂ ਦੇਖਿਆ ਕੋਈ ਤੁਹਾਡੇ ਕੰਮ ਆ ਸਕੇ। ਅਜੇ ਬੰਗਾ ਹਰਜਿੰਦਰ ਸਿੰਘ ਦੇ ਕੰਮ ਆਇਆ। ਕੈਸ਼ ਪਟੇਲ FBI ਦਾ ਹੈੱਡ ਹੈਗਾ, ਕਿਆ ਕੰਮ ਆਇਆ ਇਹਦਾ? ਨਹੀਂ ਨਾ ਕੰਮ ਆਇਆ ਭਾਈ। ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ ਆਪਣੇ ਜਦੋਂ ਤੁਸੀਂ ਆਪ ਵਾਲੇ ਪੈਰ 'ਤੇ ਖੜੇ ਨਹੀਂ ਨਾ ਹੋਵੋਗੇ। ਮੈਂ ਆਪਣੀ ਪਾਕਿਸਤਾਨ ਨੂੰ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਇੰਡੀਆ ਦੀ ਬੜੀ ਵੱਡੀ ਨਾਕਾਮੀ ਹੈ ਕਿ ਤੁਸੀਂ ਹਜੇ ਵੀ ਇੱਥੇ ਇੰਨੀ ਗੁਰਬਤ 'ਤੇ ਜਾ ਕੇ ਉੱਥੇ ਮਜ਼ਹਬ ਦੇ ਮੰਦਰਾਂ ਦੇ ਨਾਂ 'ਤੇ ਅਫਤਾਰ ਕਰ ਰਹੇ ਹੋ। ਬਾਹਰ ਦੇ ਮੁਲਕਾਂ 'ਚ ਗੱਲਾਂ ਕਰਦੇ ਹੋ ਜਾ ਕੇ। ਤੁਹਾਨੂੰ ਜਾ ਕੇ ਇੱਕ ਲਿਹਾਜ਼ ਤੁਹਾਡੇ ਨਾਲ ਇੱਕ ਬਲੈਸਿੰਗ ਇਜ਼ ਇਨ ਡਿਸਗਾਈਜ਼ਡ ਹੈਗੀ ਹੈ ਕਿ ਡੋਨਲਡ ਟਰੰਪ ਨੇ ਤੁਹਾਡੀ ਔਕਾਤ ਦੱਸ ਦਿੱਤੀ ਹੈ ਭਾਈਆਂ। ਅਸੀਂ ਜਦੋਂ ਚਾਹੀ ਤੁਹਾਨੂੰ ਮਰੋੜਦੀ ਹੈ। ਤੁਹਾਡੀ ਇਸ ਤੋਂ ਕੋਈ ਅਹਿਮੀਅਤ ਨਹੀਂ ਹੈਗੀ। ਮੈਨੂੰ ਅਫਸੋਸ ਨਾਲ ਕਹਿ ਰਹੇ ਤੁਸੀਂ ਸਾਡੇ ਹਮਸਾਏ ਹੋ ਗਏ। ਤੁਸੀਂ ਦੇਖੋ
ਪਹਿਲੇ ਆਪਣੇ ਘਰ ਨੂੰ ਠੀਕ ਕਰਦੇ ਹੋ, ਲੇਕਿਨ ਨਾਲ ਹਮਸਾਏ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੁੰਦਾ। ਅਗਰ ਸਾਡਾ ਹਮਸਾਇਆ ਠੀਕ ਹੋਗਾ, ਸਾਨੂੰ ਦੁਸ਼ਮਣੀ ਲੈਣ 'ਚ ਪਾ ਦਿੱਤਾ ਗਿਆ। ਪਾਕਿਸਤਾਨ ਇੰਡੀਆ ਦੇਖ ਲਓ ਸਦੀਆਂ ਤੋਂ ਇਸ ਸਿੱਟੇ ਤੇ ਹਰ ਬੰਦੇ ਨੇ ਹੁਕੂਮਤ ਕੀਤੀ ਆ ਕਿ ਮਜ਼ਹਬ ਦੇ ਨਾਂ ਤੇ ਕਲਚਰ ਦੇ ਨਾਂ ਸਭ ਕੁਝ ਕਰਕੇ ਅਸੀਂ ਅੱਜ ਤੱਕ ਇੱਕ ਜਗ੍ਹਾ ਵੀ ਜਾ ਕੇ ਕਬਜ਼ਾ ਨਹੀਂ ਕਰ ਸਕੇ ਜਾਂ ਕੋਈ ਕਿਤੇ ਗਏ ਹੀ ਨਹੀਂ। ਕੀ ਇਹ ਸਾਡੀ ਤੱਕੇ ਦੁਕਾਨ ਨਹੀਂ ਆਪ ਕਮਰਾਂ 'ਚ ਲੱਗੇ ਨੇ, ਦੁਸ਼ਮਣੀ ਪਾਈ ਰੱਖੋ। ਹਜੇ ਤੱਕ ਉਹ ਖੇਡ ਖੇਡੀ ਜਾ ਰਹੀ ਹੈ। ਉਹੀ ਡੋਨਲਡ ਟਰੰਪ ਹੈਗਾ ਜਿਹਨੇ ਪਿਛਲੀ ਦਫਾ ਆ ਕੇ ਪਾਕਿਸਤਾਨ ਨੂੰ ਗਾਲਾਂ ਕੱਢੀਆਂ, ਮਤਲਬ ਹੈਗਾ ਬੁਰਾ ਭਲਾ ਕਿਹਾ ਸੀ ਕਿ ਪਾਕਿਸਤਾਨ ਇਤਬਾਰ ਨਹੀਂ, ਅੱਜ ਇੰਡੀਆ ਨੂੰ ਕਹਿ ਰਿਹਾ ਸੇਮ ਹੀ ਖੇਡ ਖੇਡੀ ਜਾ ਰਿਹਾ, ਇੱਕ ਦੂਸਰੇ ਖਿਲਾਫ ਹੋ ਜਾ। ਅੱਜ ਪਾਕਿਸਤਾਨ ਵਾਲੇ ਖੁਸ਼ ਨੇ, ਉਸ ਵਾਰ ਇੰਡੀਆ ਵਾਲੇ ਖੁਸ਼ ਸਨ। ਯਾਨੀ ਓਵਰਆਲ ਇਹ ਖੇਡ ਖੇਡੀ ਜਾਓ, ਜੋ ਮਰਜ਼ੀ ਕਰਦੇ ਰਹੋ ਭਾਈ ਜਾ ਕੇ। ਇਹ ਜਿਹੜੇ ਕਹਿੰਦੇ ਨੇ ਹਰਜਿੰਦਰ ਸਿੰਘ ਨੇ ਜੀ ਉੱਥੇ ਜਾ ਕੇ ਬੰਦੇ ਬੜੀ ਮਜਬੂਰੀ ਨਾਲ ਗਿਆ ਸੀ। ਭਾਈ ਮਜਬੂਰੀ ਕਿਸੇ ਗੱਲ ਦੀ ਵੀ ਤੂੰ ਉੱਥੇ ਲੈਣ ਕੀ ਗਿਆ, ਤਾਂ ਲੈਣ ਗਿਆ ਉੱਥੇ ਮੈਂ ਮਾਦਰ ਨਾਲ ਕਹਾਂਗਾ। ਦੇਖੋ ਬਈ ਮੇਰੀ ਬਾਤ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਤੱਕ ਕਈ ਤੁਸੀਂ ਕਿਸੇ ਦੇਖਿਆ ਕਿਸੇ ਗੋਰੇ ਨੂੰ ਜਾ ਕੇ ਇੰਡੀਆ ਗਿਆ ਹੋਏ, ਉਹਨੇ ਜਾ ਕੇ ਆਪਣਾ ਜਾ ਕੇ ਉੱਥੇ ਟਰੱਕ ਚਲਾਏ ਹੋਣ, ਜਾ ਕੇ ਬਿਜ਼ਨਸ ਕੀਤਾ ਹੋਏ, ਕੁਛ ਨਾ ਕੀਤਾ ਜਾ ਕੇ ਨਹੀਂ ਨਾ ਕਰਦੇ। ਇਸ ਤਰ੍ਹਾਂ ਇੰਡੀਆ ਵਾਲਿਆਂ ਨੂੰ ਵੀ ਅਸੀਂ ਦੇਖਣਾ ਪਏਗਾ ਜਾ ਕੇ। ਤੁਹਾਡੀ ਜਾ ਕੇ ਜਦ ਕਈ ਗੋਰਾ ਜਾ ਕੇ ਮੈਕਡੋਨਲਡ ਤੇ KFC ਉੱਥੇ ਕੰਮ ਨਹੀਂ ਕਰਦਾ, ਗੋਰਾ ਜਾ ਕੇ ਇੰਡੀਆ ਦੀ ਕਿਸੇ ਕੰਪਨੀ ਨੂੰ ਜਾ ਕੰਮ ਨਹੀਂ ਕਰਦਾ, ਜਿਹੜਾ ਸੁੰਦਰ ਪਿਚਾਈ ਚਲਾ ਗਿਆ ਜਾ ਕੇ, ਇੰਡੀਆ ਨੂੰ ਕੀ ਫਾਇਦਾ ਹੋਇਆ? ਟਕੇ ਦਾ ਫਾਇਦਾ ਨਹੀਂ ਨਾ ਹੋਇਆ। ਇਸ ਲਈ ਤੁਹਾਨੂੰ ਸੋਚਣਾ ਪਏਗਾ। ਅਗਰ ਸੋਚੋਗੇ ਠੀਕ ਨਹੀਂ ਸੋਚੋਗੇ ਤਾਂ ਅਗਲੇ ਮੈਂ ਕੁਛ ਸਾਲਾਂ ਇੰਡੀਆ ਦਾ ਮਕਾਮ ਉਹ ਨਹੀਂ ਦੇਗਾ, ਬਲਕਿ ਇੰਡੀਆ ਜਦੋਂ ਡਿਵਾਈਡ ਨਹੀਂ ਹੋ ਜਾਏਗਾ ਇਹੀ ਹੋਏਗਾ। ਹੱਲ ਇਹੀ ਹੈਗਾ। ਬਸ ਇੰਨੀ ਵੱਡੀ ਆਬਾਦੀ ਨਾਲ ਮਤਲਬ ਚੱਲ ਨਹੀਂ ਸਕਦਾ। ਮੈਨੇ ਅਫਸੋਸ ਦੇ ਕਹਿ ਰਿਹਾ ਸਭ ਤੋਂ ਵੱਡੀ ਦੁਸ਼ਮਣੀ ਤੁਹਾਡੀ ਜਿਹੜੀ ਹੈਗੀ, ਦੁਸ਼ਮਣ ਜਿਹੜਾ ਬਾਲੀਵੁੱਡ ਵਾਲੇ ਹੈਗੇ ਨੇ। ਐਨੀ ਹਾਓ ਮੇਰੀ ਕੋਸ਼ਿਸ਼ ਦੱਸ ਪਾਸੇ ਲੈ ਕਰ ਸਕਦਾ। ਇੱਥੇ ਮੈਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੇਰਾ ਬੱਚਾ ਵੀ ਸੁਣ ਰਿਹਾ ਤੁਹਾਡੇ ਨਾਲ ਮੈਂ ਕਿਹਾ ਤੁਹਾਡੇ ਤੋਂ ਹਲਕੇ ਵਾਲੀ ਆਪਣੀ ਗੱਲ ਕਰ ਸਕਾਂ। ਅੱਗੇ ਮੇਰੀ ਦਰਖਾਸਤ ਹੈ, ਮੇਰੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰੋ। ਨਫ਼ਰਤ ਦੀ ਮੈਂ ਗੱਲ ਨਹੀਂ ਕਰਦਾ, ਸੱਚਾਈ ਦੀ ਲੈ ਕੇ ਆਉਣ ਦੀ ਕੋਸ਼ਿਸ਼ ਕਰਨਾ। ਮੇਰੇ ਫਿਰ ਮੈਂ ਕਹਾਂਗਾ ਐਂਡ ਤੇ ਮੇਰੀ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਹੋ, ਮੈਂ ਮਾਫੀ ਚਾਹੁੰਦਾ ਵਾਂ। ਥੈਂਕ ਯੂ ਵੈਰੀ ਮੱਚ।